किताब विपन्न की रीत तो सच दा मार्ग भाग 17वां तीजे कांड दा 18वां भाग भोग लाउण दी मर्यादा घोर पापां दा मूल। लेखक गुरबख्श सिंह काला अफगाना, आवाज़ गुरजंट सिंह रूपवाली। वाहिगुरू जी का खालसा वाहिगुरू जी की फतेह। पिछे पढ़िया है कि गरुड़ पुराण द्वारा विष्णु जी ने नरकां तो बचा लैण दी वैतरनी नदी ਦੇ ਗੰਧ ਵਿੱਚ ਡੁੱਬਣੋਂ ਅਤੇ ਜਮਾਂ ਦੀ ਮਾਰ ਤੋਂ ਬਚਾ ਕੇ ਸੁਰਗਾਂ ਦੇ ਸੁੱਖਾਂ ਦਾ ਭਾਗੀ ਬਣਾਉਣ ਦੀ ਸਾਰੀ ਸ਼ਕਤੀ ਬ੍ਰਾਹਮਣ ਨੂੰ ਸੌਂਪ ਦਿੱਤੀ ਹੋਈ ਸੀ। ਇਸ ਨਿਆਰੀ ਸ਼ਕਤੀ ਦੇ ਮਾਲਕ ਬ੍ਰਾਹਮਣ ਦੇ ਇਸ਼ਾਰੇ ਤੇ ਲੋਕ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਨੂੰ ਪਹਿਲਾਂ ਹੀ ਤਿਆਰ ਹੋ ਚੁੱਕੇ ਸਨ। ਪਦਾਰਥ ਭੇਟਾ ਕਰਕੇ ਦੇਵਤਿਆਂ ਕੋਲੋਂ ਭੋਗ ਲਵਾਉਣ ਦੀ ਮਰਜ਼ਾਦਾ ਵੀ ਵੱਧ ਚੁੱਕੀ ਸੀ। ਲੋਕਾਂ ਦਾ ਨਿਸ਼ਚਾ ਬਣ ਚੁੱਕਾ ਸੀ ਕਿ ਉਹਨਾਂ ਦੇ ਦੇਵਤੇ ਹਰ ਪ੍ਰਕਾਰ ਦਾ ਭੋਗ ਬ੍ਰਾਹਮਣ ਦੇ ਸਰੀਰ ਰਾਹੀਂ ਹੀ ਭੋਗਦੇ ਹਨ। ਆਪਣਾ ਸਰੀਰ ਬ੍ਰਾਹਮਣ ਦੀ ਭੇਟਾ ਕਰ ਦੇਣਾ ਇਸਤਰੀ ਲਈ ਵੱਡੇ ਪੁੰਨ ਵਾਲਾ ਪਾਪ ਨਾਸ਼ਕ ਧਰਮ ਕਰਮ ਬਣ ਜਾਣਾ ਬ੍ਰਾਹਮਣ ਦੀ ਚਤੁਰਾਈ ਦਾ ਕਮਾਲ ਸੀ। ਫੁੱਟਨੋਟ: ਅੱਜ ਸਾਇੰਸ ਦੇ ਯੁੱਗ ਵਿੱਚ ਜਦ ਸਾਰੀ ਦੁਨੀਆ ਦੇ ਲੋਕਾਂ ਵਿੱਚ ਜਾਗਰਤ ਆ ਚੁੱਕੀ ਮੰਨੀ ਜਾਂਦੀ ਹੈ ਅਤੇ ਫਿਰ ਖਾਸ ਕਰਕੇ ਅਮਰੀਕਾ ਵਰਗੇ ਦੇਸ਼ ਦੇ ਟੈਕਸਸ ਦੇ ਇਲਾਕੇ ਨਾਲ ਸੰਬੰਧਿਤ ਇੱਕ ਦੁਖਦਾਈ ਖਬਰ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਛਪਦੀ ਅਖਬਾਰ ਸਨ ਦੇ 25 ਅਪ੍ਰੈਲ 1993 ਦੇ ਅੰਕ ਵਿੱਚ ਛਪੀ ਹੈ ਕਿ ਕੁਰੇਸ਼ ਨਾਮੀ ਧਾਰਮਿਕ ਲੀਡਰ ਨੇ ਪਰਮਾਤਮਾ ਦੀ ਖੁਸ਼ੀ ਆਪਣੀ ਖੁਸ਼ੀ ਨਾਲ ਜੋੜ ਕੇ ਲੋਕਾਂ ਨੂੰ ਭਰਮ ਪਾਇਆ ਕਿ ਉਸ ਦੇ ਭੋਗਣ ਵਾਸਤੇ 9 ਅਥਵਾ 10 ਸਾਲ ਦੀਆਂ ਲੜਕੀਆਂ ਉਸ ਦੀ ਹਵਸ ਦੀ ਬਲੀ ਚਾੜਿਆ ਕਰਨ। ਅਮਰੀਕਾ ਵਰਗੇ ਅਗਾਂਹ-ਵਧੂ ਦੇਸ਼ ਦੇ ਪੜ੍ਹੇ ਲਿਖੇ ਲੋਕਾਂ ਨੇ ਕਈ ਬੱਚੀਆਂ ਉਸ ਰਾਖਸ਼ ਦੇ ਪੇਸ਼ ਕਰਨ ਵਿੱਚ ਕਲਿਆਣ ਮੰਨ ਲਈ। ਉਸ ਸਾਰੀ ਖਬਰ ਨੂੰ ਚਿੱਠੀਆਂ ਵਾਲੇ ਪ੍ਰਕਰਨ ਵਿੱਚ ਦਿੱਤਾ ਗਿਆ ਹੈ। ਜਿਸ ਸਮੇਂ ਬ੍ਰਾਹਮਣ ਨੇ ਜਾਲ ਵਿਛਾਇਆ ਸੀ ਉਦੋਂ ਤਾਂ ਜਨਤਾ ਅਨਪੜ੍ਹ ਅਤੇ ਬਹੁਤ ਭੋਲੀ ਸੀ। ਬ੍ਰਾਹਮਣ ਇਸ ਘੜੀ ਦੀ ਉਡੀਕ ਬੜੀ ਬੇਸਬਰੀ ਨਾਲ ਕਰ ਰਿਹਾ ਸੀ ਕਿ ਹੋਰ ਪਦਾਰਥਾਂ ਵਾਂਗ ਲੋਕ ਇਸਤਰੀਆਂ ਨੂੰ ਵੀ ਦੇਵਤੇ ਦੀ ਭੇਟਾ ਕਰਕੇ ਭੋਗ ਲਾਉਣ ਦੀਆਂ ਬੇਨਤੀਆਂ ਕਰਨ ਗਿੱਝ ਜਾਣ। ਇਸ ਕਾਰਜ ਦੀ ਸਿੱਧੀ ਵਾਸਤੇ ਵੀ ਬ੍ਰਾਹਮਣ ਨੇ ਧਰਮ ਗ੍ਰੰਥਾਂ ਦਾ ਅਤੇ ਵੱਡੇ ਵੱਡੇ ਦੇਵਤਿਆਂ ਦਾ ਹੀ ਆਸਰਾ ਲਿਆ। ਧਰਮ ਗ੍ਰੰਥਾਂ ਵਿੱਚ ਜੋ ਕੁਝ ਦੇਵਤਿਆਂ ਅਥਵਾ ਭਗਵਾਨਾਂ ਦੇ ਮੱਥੇ ਮੜਿਆ ਹੈ ਅਤੇ ਜਿਸ ਨੂੰ ਪੜ੍ਹ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਉਸ ਦਾ ਸਾਰਾ ਵੇਰਵਾ ਲਿਖਣ ਲਈ ਅੱਡਰਾ ਗ੍ਰੰਥ ਚਾਹੀਦਾ ਹੈ। ਧਰਮ ਗ੍ਰੰਥ ਦਾ ਗਿਆਨ ਮਨੁੱਖ ਨੂੰ ਅਜਿਹਾ ਪਰਉਪਕਾਰੀ ਸੰਤ ਸੂਰਮਾ ਬਣਾਉਂਦਾ ਹੈ ਜੋ ਹਰ ਇੱਕ ਪ੍ਰਾਣੀ ਵਿੱਚ ਪਰਮਾਤਮਾ ਦਾ ਦਰਸ਼ਨ ਕਰਦਾ ਹੋਇਆ ਮਨੁੱਖਤਾ ਦਾ ਸੱਚਾ ਸੇਵਕ ਬਣ ਜਾਵੇ। ਧਰਮ ਗ੍ਰੰਥ ਦਾ ਗਿਆਨ ਮਨੁੱਖ ਦਾ ਲੋਕ ਅਤੇ ਪਰਲੋਕ ਸੁਖੀ ਬਣਾ ਦਿੰਦਾ ਹੈ। ਪਰ ਇੱਧਰ ਆਪਣੀ ਲੰਪਟੀ ਖਾਹਿਸ਼ਾਂ ਦੀ ਪੂਰਤੀ ਵਾਲੀ ਯੋਜਨਾ ਨੂੰ ਸਿਰੇ ਚਾੜਨ ਵਾਸਤੇ ਇਸ ਚਤੁਰ ਅਤੇ ਵਿਦਵਾਨ ਮੁੱਢਲੇ ਵਿਪਰ ਨੇ ਜਿਸ ਪ੍ਰਕਾਰ ਨਾਲ ਧਰਮ ਗ੍ਰੰਥਾਂ ਅਥਵਾ ਮੰਦਰਾਂ ਦੀ ਦੁਰਵਰਤੋਂ ਕੀਤੀ ਉਸ ਦਾ ਸੰਖੇਪ ਜਿਹਾ ਵੇਰਵਾ ਇਸ ਪ੍ਰਕਾਰ ਹੈ। ਊੜਾ ਸ੍ਰੀ ਕ੍ਰਿਸ਼ਨ ਜੀ ਨੂੰ ਸ੍ਰਿਸ਼ਟੀ ਦਾ ਸਿਰਜਣਹਾਰ ਸਿੱਧ ਕਰਨ ਵਾਲੇ ਵਿਪਰ ਜੀ ਨੇ ਭਾਗਵਤ ਪੁਰਾਣ ਵਿੱਚ ਉਸ ਨੂੰ ਗੋਪੀਆਂ ਨਾਲ ਕਲੋਲਾਂ ਕਰਕੇ ਖੁਸ਼ ਰਹਿਣ ਵਾਲਾ ਲੀਲਾ ਪਰਸ਼ੋਤਮ ਦਰਸਾਇਆ। ਫਿਰ ਉਸ ਨੂੰ ਅਸ਼ਲੀਲ ਭਾਸ਼ਾ ਬੋਲਦਾ ਦਰਸਾ ਕੇ ਉਸ ਦੇ ਜੀਵਨ ਨਾਲ ਚੀਰ ਹਰਨ ਕਰਨ ਵਾਲਾ ਸਾਕਾ ਅਜਿਹੀ ਭਾਸ਼ਾ ਵਿੱਚ ਲਿਖ ਕੇ ਜੋੜਿਆ ਜਿਸ ਤੋਂ ਚਰਿੱਤਰਹੀਣਤਾ ਦਾ ਭਰਪੂਰ ਉਤਸ਼ਾਹ ਮਿਲਦਾ ਰਿਹਾ। ਮਨੁੱਖ ਦੀਆਂ ਬੱਚੀਆਂ ਨੂੰ ਮੰਦਰਾਂ ਵਿੱਚ ਗਊਆਂ ਦੇ ਵਾੜੇ ਵਾਂਗ ਇਕੱਠੀਆਂ ਕਰ ਲੈਣ ਦੀ ਯੋਜਨਾ ਅਧੀਨ ਹੀ ਕ੍ਰਿਸ਼ਨ ਜੀ ਦੀਆਂ 16,108 ਵਿਆਹੁਤਾ ਰਾਣੀਆਂ ਲਿਖੀਆਂ। ਫਿਰ ਨਾਲ ਹੀ ਇਹ ਵੀ ਲਿਖ ਦਿੱਤਾ ਕਿ ਉਹਨਾਂ ਸਾਰੀਆਂ ਰਾਣੀਆਂ ਦੇ ਪੇਟੋਂ ਕ੍ਰਿਸ਼ਨ ਜੀ ਨੇ ਪੂਰੇ ਹਿਸਾਬ ਨਾਲ 10-10 ਲੜਕੇ ਤੇ ਇੱਕ ਕੰਨਿਆ ਪੈਦਾ ਕੀਤੀ, ਅਰਥਾਤ 1,61,080 ਲੜਕੇ ਅਤੇ 16,108 ਲੜਕੀਆਂ ਵਾਲਾ ਵਿਸ਼ਾਲ ਪਰਿਵਾਰ, ਜਿਨ੍ਹਾਂ ਦੀ ਜਨਮਦਾਤੀਆਂ ਅਤੇ ਕ੍ਰਿਸ਼ਨ ਜੀ ਨੂੰ ਪਾ ਕੇ ਪਰਿਵਾਰ ਦੀ ਕੁੱਲ ਗਿਣਤੀ 1,93,297 ਬਣਦੀ ਹੈ। ਲੋਕਾਂ ਦੇ ਦਿਲਾਂ ਅੰਦਰ ਆਪਣੀ ਮਹਾਨਤਾ ਦੇ ਭੈ ਦਾ ਅਨੁਭਵ ਪੱਕੇ ਤੋਂ ਪੱਕਾ ਕਰੀ ਜਾਣ ਵਾਸਤੇ ਫਿਰ ਇਹ ਲਿਖਿਆ ਕਿ ਆਪਣੇ ਵਿਸ਼ਾਲ ਪਰਿਵਾਰ ਦੀ ਰੱਖਿਆ ਵਾਸਤੇ ਕ੍ਰਿਸ਼ਨ ਜੀ ਅਣਗਿਣਤ ਗਊਆਂ ਬ੍ਰਾਹਮਣਾਂ ਨੂੰ ਦਾਨ ਕਰਿਆ ਕਰਦੇ ਸਨ।
ਪਰਿਵਾਰ ਦੀ ਰੱਖਿਆ ਲਈ ਅਣਗਿਣਤ ਗਊਆਂ ਦਾਨ ਵਿੱਚ ਲੈਂਦੇ ਰਹਿਣ ਵਾਲੇ ਬ੍ਰਾਹਮਣ ਨੇ ਫਿਰ ਆਪ ਹੀ ਸ਼ਰਾਪ ਦੇ ਕੇ ਕ੍ਰਿਸ਼ਨ ਜੀ ਦੀ ਕੁੱਲ ਦਾ ਨਾਸ਼ ਕਰ ਦਿੱਤਾ। ਇਹ ਸੀ ਨੇਕੀ ਦਾ ਬਦਲਾ ਜੋ ਬ੍ਰਾਹਮਣ ਨੇ ਆਪਣੇ ਭਗਵਾਨ ਨੂੰ ਦਿੱਤਾ। ਜਿਸ ਕ੍ਰਿਸ਼ਨ ਨੂੰ ਸਾਰੀ ਸ੍ਰਿਸ਼ਟੀ ਦਾ ਵਿਧਾਤਾ ਅਤੇ ਪਰਮ ਜੋਤ ਸਿੱਧ ਕਰਨ ਲਈ ਕ੍ਰਿਸ਼ਨਾ ਨਾਮੀ ਫਿਲਮ ਬਣਾ ਕੇ ਟੀਵੀ ਤੇ ਵਿਖਾਉਣੀ ਆਰੰਭ ਕੀਤੀ ਅਤੇ ਜਿਸ ਦੀਆਂ ਵੀਡੀਓ ਰੀਲਾਂ ਵੀ ਵੰਡੀਆਂ, ਉਸੇ ਨੂੰ ਮਹਾਕਾਮੀ ਅਤੇ ਪਰ ਇਸਤਰੀਗਾਮੀ ਵੀ ਲਿਖਣੋਂ ਨਹੀਂ ਸੰਗਿਆ। ਹਿੰਦੂ ਵੀਰ ਖਿਮਾ ਕਰਨ, ਇਹ ਕੁਝ ਹਿੰਦੂ ਧਰਮ ਦੇ ਗ੍ਰੰਥਾਂ ਦੀਆਂ ਲਿਖਤਾਂ ਦੇ ਆਧਾਰ ਤੇ ਹੀ ਲਿਖਿਆ ਹੈ। ਆਪਣੇ ਕੋਲੋਂ ਕੋਈ ਉਚੇਚੀ ਗੱਲ ਲਿਖ ਕੇ ਕਿਸੇ ਦਾ ਦਿਲ ਦੁਖੀ ਕਰਨ ਦਾ ਪਾਪ ਨਹੀਂ ਕੀਤਾ ਜਾ ਰਿਹਾ ਹੈ। ਇੱਕ ਪਾਸੇ ਤਾਂ ਕ੍ਰਿਸ਼ਨ ਜੀ ਨਾਲ ਉਸ ਦੀਆਂ ਵਿਆਹੁਤਾ ਇਸਤਰੀਆਂ ਨਾਲੋਂ ਉਚੇਚਾ ਅਤੇ ਪਵਿੱਤਰ ਪਿਆਰ ਕੁਆਰੀ ਕੰਨਿਆ ਰਾਧਾ ਦਾ ਦੱਸਿਆ ਹੈ, ਫਿਰ ਕ੍ਰਿਸ਼ਨ ਜੀ ਦੇ ਰਾਧਾ ਨਾਲ ਕਾਮ ਪੂਰਤੀ ਵਾਲੇ ਉਚੇਚੇ ਸੰਬੰਧ ਦਰਸਾਉਣ ਲਈ ਅਥਵਾ ਰਾਧਾ ਨੂੰ ਕਾਮ ਵਾਸ਼ਨਾ ਦੀ ਤ੍ਰਿਪਤੀ ਦਾ ਖਿਡੌਣਾ ਇੱਕ ਸਹੇਲੀ ਸਾਬਤ ਕਰਨ ਲਈ ਬ੍ਰਾਹਮਣ ਨੇ ਆਪ ਹੀ ਇਹ ਲਿਖ ਦਿੱਤਾ ਕਿ ਰਾਧਾ ਨੇ ਇਹ ਆਖ ਕੇ ਕ੍ਰਿਸ਼ਨ ਨੂੰ ਘਰੋਂ ਕਢਵਾ ਦਿੱਤਾ ਸੀ ਕਿ ਉਹ ਰਾਧਾ ਨੂੰ ਛੱਡ ਕੇ ਪਰਾਈਆਂ ਇਸਤਰੀਆਂ ਕੋਲ ਜਾਂਦਾ ਹੈ। ਸਿਰਫ ਆਪਣੀ ਮਹਾਨਤਾ ਕ੍ਰਿਸ਼ਨ ਨਾਲੋਂ ਵਧਾ ਕੇ ਦੱਸਣ ਲਈ ਵਿਪਰ ਨੇ ਇਹ ਵੀ ਲਿਖ ਦਿੱਤਾ ਕਿ ਇੱਕ ਵਾਰੀ ਬ੍ਰਾਹਮਣ ਦੇ ਕਹਿਣ ਤੇ ਕ੍ਰਿਸ਼ਨ ਜੀ ਨੇ ਅਤੇ ਉਹਨਾਂ ਦੀ ਪਿਆਰੀ ਰਾਣੀ ਰੁਕਮਣੀ ਨੇ ਨੰਗੇ ਪੈਰੀਂ ਬ੍ਰਾਹਮਣ ਰਿਖੀ ਦਾ ਰੱਥ ਖਿੱਚਿਆ ਸੀ। ਭਾਗਵਤ ਪੁਰਾਣ ਦੀ ਨਿਗਰ ਰਾਜੇ ਵਾਲੀ ਸਾਖੀ ਵਿੱਚ ਕ੍ਰਿਸ਼ਨ ਜੀ ਦੇ ਮੂੰਹੋਂ ਇਹ ਅਖਵਾਇਆ ਕਿ ਜੇ ਵਿਪਰ ਰਾਜ਼ੀ ਤਾਂ ਮੈਂ ਖੁਸ਼। ਐੜਾ ਬ੍ਰਹਮਾ ਜੀ ਨੂੰ ਨਿਰਾ ਸਾਰੇ ਜੀਵਾਂ ਦਾ ਪੈਦਾ ਕਰਨ ਵਾਲਾ ਹੀ ਨਹੀਂ ਦਰਸਾਇਆ, ਸਗੋਂ ਇਹ ਵੀ ਲਿਖਿਆ ਕਿ ਬ੍ਰਾਹਮਣ ਦਾ ਜਨਮ ਉਸ ਦੇ ਮੂੰਹ ਵਿੱਚੋਂ ਹੋਇਆ ਸੀ। ਫਿਰ ਬ੍ਰਾਹਮਣ ਨੇ ਆਪਣੇ ਜਨਮਦਾਤਾ ਨੂੰ ਘਟੀਆ ਕਿਸਮ ਦੀਆਂ ਵਸ਼ਾਈ, ਲੰਪਟੀ, ਬੇਅਸੂਲਾ ਭੰਡ ਅਤੇ ਬੜੀਆਂ ਅਸ਼ਲੀਲ ਤੇ ਗਿਰੀਆਂ ਹੋਈਆਂ ਹਰਕਤਾਂ ਕਰਦਾ ਦਰਸਾਇਆ। ਈੜੀ ਕਾਮ ਭੁੱਖ ਨੂੰ ਵਧਾਉਣ ਦੇ ਯਤਨਾਂ ਵਿੱਚ ਸ਼ਿਵਲਿੰਗ ਪ੍ਰਤੀ ਬੜੀ ਅਸ਼ਲੀਲ ਗਾਥਾ ਗ੍ਰੰਥਾਂ ਵਿੱਚ ਲਿਖ ਦਿੱਤੀ। ਇਸੇ ਤਰ੍ਹਾਂ ਸ਼ਿਵ ਜੀ ਦੀ ਪਹਿਲੀ ਪਤਨੀ ਸਤੀ ਦੇ ਨਾਮ ਨਾਲ ਅਸ਼ਲੀਲ ਕਹਾਣੀ ਜੋੜ ਕੇ ਕਾਮ ਇੱਛਾ ਨੂੰ ਭੜਕਾਉਣ ਵਾਲੀਆਂ ਮੂਰਤੀਆਂ ਅਤੇ ਇਸਤਰੀ ਦੇ ਗੁਪਤ ਅੰਗਾਂ ਦੇ ਮੰਦਰ ਬਣਾਏ। ਭਾਗ ਸੱਸਾ ਇਸੇ ਡੂੰਘੀ ਅਤੇ ਖਤਰਨਾਕ ਯੋਜਨਾ ਦੇ ਅਧੀਨ ਹੀ ਕਾਮ ਦੇਵਤਾ ਸਿਰਜ ਕੇ ਉਸ ਦੇ ਮੰਦਰ ਬਣਾਏ ਅਤੇ ਜਵਾਨ ਮਰਦ ਇਸਤਰੀਆਂ ਦੀਆਂ ਨਗਨ ਅਤੇ ਗੰਦੀਆਂ ਮੂਰਤੀਆਂ ਬਣਾਈਆਂ। ਕਾਮੀ ਮਨੁੱਖ ਨੂੰ ਕਾਮ ਦੇਵਤਾ ਦਾ ਸੇਵਕ ਅਤੇ ਕਾਮ ਕ੍ਰੀੜਾ ਨੂੰ ਕਾਮ ਦੇਵਤਾ ਦੀ ਸੇਵਾ ਦੱਸ ਕੇ ਕਾਮ ਦੇਵਤਾ ਦੇ ਮੰਦਰ ਵਿੱਚ ਉਸ ਦੀ ਪੂਜਾ ਕਰਵਾਈ। ਹਾਹਾ ਇਸਤਰੀ ਅਥਵਾ ਕੰਨਿਆ ਦਾਨ ਨੂੰ ਹਜ਼ਾਰਾਂ ਗੁਣਾ ਵੱਧ ਫਲ ਦੇਣ ਵਾਲਾ ਅਤੇ ਕਈ ਕੁੱਲਾਂ ਤਾਰਨ ਵਾਲਾ ਦੱਸਿਆ ਗਿਆ। ਕੱਕਾ ਦੇਵਤਿਆਂ ਨੂੰ ਭੋਗ ਲਾਉਣ ਵਾਲੀ ਮਰਜ਼ਾਦਾ ਚਲਾ ਕੇ ਲੋਕਾਂ ਦੇ ਮਨਾਂ ਅੰਦਰ ਇਹ ਭਰਮ ਪੱਕਾ ਕਰ ਦਿੱਤਾ ਕਿ ਦੇਵਤਾ ਸਾਰੇ ਭੋਗ ਵਿਪਰ ਜੀ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਕਰਦਾ ਹੈ। ਇਸ ਘਟੀਆ ਭਰਮ ਨਾਲ ਜੁੜੀ ਲੋਕਾਂ ਦੀ ਸ਼ਰਧਾ ਬੇਅੰਤ ਪਾਪਾਂ ਦਾ ਕਾਰਨ ਬਣੀ। ਫੁੱਟਨੋਟ ਨੰਬਰ 1 ਸਨਾਤਨ ਧਰਮ ਦਾ ਪ੍ਰਸਿੱਧ ਧਰਮ ਗ੍ਰੰਥ ਸ੍ਰੀ ਸ਼ਿਵ ਪੁਰਾਣ ਪੰਜਾਬੀ ਅਨੁਵਾਦ ਦੇ ਪੂਰਬਾਰਧ ਖੰਡ ਦੂਜਾ ਅਤੇ ਅਧਿਆਏ 14ਵੇਂ ਦੇ 66 ਸਫ਼ੇ ਤੇ ਬ੍ਰਹਮਾ ਜੀ ਆਪਣੇ ਪੁੱਤਰ ਨਾਰਦ ਨੂੰ ਆਪ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਜਦ ਮੈਂ ਸ਼ਿਵ ਜੀ ਦਾ ਵਿਆਹ ਵੇਦ ਰੀਤੀ ਅਨੁਸਾਰ ਸਤੀ ਨਾਲ ਕਰਾ ਰਿਹਾ ਸਾਂ ਤਾਂ ਸਤੀ ਦਾ ਇੱਕ ਪੈਰ ਮੇਰੀ ਨਜ਼ਰੀਂ ਪੈ ਗਿਆ, ਜਿਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਿਆ ਤਾਂ ਸਤੀ ਦਾ ਰੂਪ ਵੇਖਣ ਲਈ ਮੈਂ ਇੱਕ ਗਿੱਲੀ ਲੱਕੜੀ ਅੱਗ ਵਿੱਚ ਪਾ ਦਿੱਤੀ, ਜਿਸ ਨਾਲ ਬੜਾ ਧੂਆਂ ਹੋ ਗਿਆ ਤਾਂ ਸ਼ਿਵ ਜੀ ਦੇ ਹੰਝੂ ਵਗਣ ਲੱਗ ਪਏ। ਜਦ ਉਹ ਆਪਣੇ ਹੰਝੂ ਪੂਜਣ ਲੱਗ ਪਏ ਤਾਂ ਮੈਂ ਸਤੀ ਦਾ ਘੁੰਡ ਚੁੱਕ ਕੇ ਉਸ ਦਾ ਰੂਪ ਦੇਖਿਆ। ਸੁੰਦਰ ਰੂਪ ਦੇਖ ਕੇ ਮੈਂ ਕਾਮ ਅਧੀਨ ਹੋ ਗਿਆ ਤੇ ਆਪਣਾ ਧਰਮ ਕਰਮ ਸਭ ਕੁਝ ਭੁੱਲ ਗਿਆ। ਉਸ ਸਮੇਂ ਮੇਰਾ ਵੀਰਜ ਧਰਤੀ ਤੇ ਡਿੱਗਿਆ। ਮੈਂ ਯਤਨ ਕਰਕੇ ਇਸ ਦਸ਼ਾ ਨੂੰ ਛੁਪਾਇਆ, ਪਰ ਸ਼ਿਵ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਸਭ ਕੁਝ ਦੇਖ ਲਿਆ ਅਤੇ ਬੜੇ ਕ੍ਰੋਧ ਵਿੱਚ ਆ ਗਏ। ਆਪਣੀ ਤਰਸ਼ੂਲ ਫੜ ਕੇ ਮੈਨੂੰ ਮਾਰਨ ਲੱਗੇ। ਸਾਰਿਆਂ ਨੂੰ ਮੇਰੀ ਮੌਤ ਦਾ ਨਿਸ਼ਚਾ ਹੋ ਗਿਆ। ਆਖਰ ਵਿਸ਼ਨੂੰ ਦੇ ਕਹਿਣ ਤੇ ਮੈਂ ਸ਼ਿਵ ਜੀ ਦੇ ਪੈਰ ਫੜ ਲਏ ਅਤੇ ਸਤੀ ਨੇ ਵੀ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਤਾਂ ਸ਼ਿਵ ਜੀ ਦਾ ਕ੍ਰੋਧ ਸ਼ਾਂਤ ਹੋਇਆ। ਇਸੇ ਕਹਾਣੀ ਨੂੰ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਨੇ ਆਪਣੀ ਪੁਸਤਕ ਦੇ 21 ਸਫ਼ੇ ਤੇ
ਇਸ ਪ੍ਰਕਾਰ ਲਿਖਿਆ ਹੈ। ਵੇਦਾਂ 'ਚ ਜਿਸ ਨੂੰ ਬ੍ਰਹਮ, ਹਿਰਣੇ ਗਰਭ, ਸਵੈੰਭੂ ਅਤੇ ਅਪਰ ਬ੍ਰਹਮ ਕਹਿ ਕੇ ਵਡਿਆਇਆ ਗਿਆ ਹੈ, ਤੇ ਜਿਹੜਾ ਬ੍ਰਹਮ ਵਿਦਿਆ ਦਾ ਪਹਿਲਾ ਆਚਾਰੀਆ ਹੈ, ਉਸੇ ਨੂੰ ਸ਼ਿਵ ਪੁਰਾਣ ਰੁਦਰਾ ਸੰਹਿਤਾ 2 ਸਤੀ ਖੰਡ ਅਧਿਆਏ 14 ਵਿੱਚ ਅੰਤਾਂ ਦਾ ਵਿਸ਼ਈ ਤੇ ਧੋਖੇਬਾਜ਼ ਚਿਤਰਿਆ ਹੈ। ਕਹਾਣੀ ਇਸ ਤਰ੍ਹਾਂ ਲਿਖੀ ਹੈ ਕਿ ਸ਼ਿਵ ਅਤੇ ਸਤੀ ਦਾ ਵਿਆਹ ਕਰਾਉਂਦੇ ਸਮੇਂ ਸਤੀ ਦੀ ਸੁੰਦਰਤਾ ਤੱਕ ਕੇ ਬ੍ਰਹਮਾ ਕਾਮਵਸ ਹੋ ਗਿਆ, ਲੰਗੋਟਾ ਹੀ ਢਿੱਲਾ ਕਰ ਬੈਠਾ। ਗੁੱਸੇ ਵਿੱਚ ਆ ਕੇ ਸ਼ਿਵ ਜੀ ਉਸ ਨੂੰ ਪਾਰ ਹੀ ਬੁਲਾਉਣ ਲੱਗਦੇ ਹਨ। ਆਖਰ ਵਿਸ਼ਨੂੰ ਜੀ ਸ਼ਿਵ ਜੀ ਅੱਗੇ ਪ੍ਰਾਰਥਨਾ ਕਰਕੇ ਬ੍ਰਹਮਾ ਦੇ ਹੱਡ ਛੁਡਵਾਉਂਦੇ ਹਨ। ਇਸੇ ਤਰ੍ਹਾਂ ਭਾਗਵਤ ਪੁਰਾਣ ਵਿੱਚ ਆਉਂਦਾ ਹੈ ਕਿ ਬ੍ਰਹਮਾ ਜੀ ਨੇ ਕ੍ਰਿਸ਼ਨ ਜੀ ਦੇ ਵੱਛੇ ਚੁਰਾ ਲਏ ਅਤੇ ਕਈ ਵਾਰ ਕ੍ਰਿਸ਼ਨ ਜੀ ਦੀ ਉਸਤਤ ਕਰਨ ਆਇਆ। ਰਾਮਾਇਣ ਦਾ ਲੇਖ ਹੈ ਕਿ ਬ੍ਰਹਮਾ ਕਈ ਵਾਰ ਰਾਮ ਚੰਦਰ ਜੀ ਦੇ ਗੁਣ ਗਾਉਣ ਆਇਆ। ਸੋ ਇਹਨਾਂ ਗ੍ਰੰਥਾਂ ਵਿੱਚ ਬ੍ਰਹਮਾ ਜੀ ਨੂੰ ਮਹਾਕਾਮੀ, ਅਗਿਆਨੀ, ਚੋਰ ਤੇ ਸਸਤਾ ਜਿਹਾ ਭੱਟ ਦੱਸਿਆ ਹੈ। ਇਸੇ ਤਰ੍ਹਾਂ ਹੀ ਇੱਕ ਸਮੇਂ ਵੇਦ ਕਥਾ ਕਰਦਾ ਹੋਇਆ ਬ੍ਰਹਮਾ ਆਪਣੀ ਧੀ ਨੂੰ ਹੀ ਮੰਦ ਦ੍ਰਿਸ਼ਟੀ ਨਾਲ ਤੰਗ ਕਰਨ ਲੱਗ ਪਿਆ ਤਾਂ ਸ਼ਿਵ ਜੀ ਨੇ ਬ੍ਰਹਮਾ ਜੀ ਦਾ 5ਵਾਂ ਸਿਰ ਵੱਢ ਦਿੱਤਾ। ਸ਼ਿਵ ਨੂੰ ਬ੍ਰਹਮ ਹੱਤਿਆ ਲੱਗਣ ਕਾਰਨ ਬ੍ਰਹਮਾ ਦਾ ਸਿਰ ਸ਼ਿਵ ਜੀ ਦੇ ਹੱਥ ਨਾਲ ਚਿੰਬੜ ਗਿਆ ਆਦਿ। ਵਿਪਰ ਅਤੇ ਉਸ ਦੀ ਰੀਤ ਪ੍ਰਕਰਨ 8 ਭ੍ਰਿੰਗੂ ਵਿੱਚ ਲਿਖਿਆ ਹੈ ਕਿ ਇਹੀ ਬ੍ਰਹਮਾ ਜਦ ਰੁਦਰ ਦਾ ਜੱਗ ਕਰ ਰਿਹਾ ਸੀ ਤਾਂ ਆਪਣੀ ਬਰਾਦਰੀ ਦੀਆਂ ਧੀਆਂ ਭੈਣਾਂ ਨੂੰ ਦੇਖ ਕੇ ਕਾਮਵਸ ਹੋ ਗਿਆ ਸੀ ਅਤੇ ਕਈ ਤਰ੍ਹਾਂ ਦਾ ਗੰਧ ਖਿਲਾਰਿਆ ਸੀ। ਵਿਸ਼ਨੂੰ ਜੀ ਦਾ ਸੁਆਮੀ ਜੀ ਆਪਣੀ ਪੁਸਤਕ ਦੇ 23 ਸਫ਼ੇ ਤੇ ਸ੍ਰਿਸ਼ਟੀ ਦੇ ਪਾਲਣਹਾਰ ਵਿਸ਼ਨੂੰ ਜੀ ਬਾਰੇ ਇਸ ਪ੍ਰਕਾਰ ਲਿਖਦੇ ਹਨ। ਇਹੋ ਜਿਹੀ ਕੱਤਕ ਮਹਾਤਮ ਦੀ ਕਥਾ ਹੈ ਜਿਸ ਵਿੱਚ ਵਿਸ਼ਨੂੰ ਜੀ ਨੂੰ ਮਹਾ ਨਿਲੱਜ ਤੇ ਮਹਾਕਾਮੀ ਦਿਖਾਇਆ ਹੈ। ਪਹਿਲੇ ਤਾਂ ਜਲੰਧਰ ਨਾਂ ਦੇ ਦੈਨ ਦੀ ਪਤੀਬ੍ਰਤਾ ਇਸਤਰੀ ਬਿੰਦਰਾ ਦਾ ਸੱਤ ਭੰਗ ਕਰਦੇ ਦੱਸੇ ਗਏ ਹਨ। ਫਿਰ ਜਦੋਂ ਉਹ ਸੁੰਦਰੀ ਆਪਣੇ ਮੋਏ ਪਤੀ ਨਾਲ ਸਤੀ ਹੋ ਜਾਂਦੀ ਹੈ ਤਾਂ ਵਿਸ਼ਨੂੰ ਜੀ ਉਸ ਦੇ ਵਿਜੋਗ ਵਿੱਚ ਤੜਫਦਾ, ਵਿਲਕਦਾ ਤੇ ਧਾਹਾਂ ਮਾਰਦਾ ਦੱਸਿਆ ਗਿਆ, ਜੋ ਆਖਰ ਨੂੰ ਉਸ ਦੀ ਮੜੀ ਦੀ ਰਾਖ ਤੇ ਲੇਟਣ ਲੱਗ ਜਾਂਦਾ ਹੈ। ਭਾਗਵਤ ਪੁਰਾਣ ਦੇ ਸਕੰਦ 10 ਅਧਿਆਏ 60 ਵਿੱਚ ਕਥਾ ਹੈ ਕਿ ਪ੍ਰਹਿਲਾਦ ਭਗਤ ਦਾ ਚਾਚਾ ਹਿਰਨਯਕਸ਼ ਦੈਂਤ ਇੱਕ ਵਾਰ ਬ੍ਰਹਮਾ ਨਾਲ ਨਾਰਾਜ਼ ਹੋ ਕੇ ਧਰਤੀ ਨੂੰ ਚੁੱਕ ਕੇ ਲੈ ਗਿਆ। ਬ੍ਰਹਮਾ ਨੇ ਵਿਸ਼ਨੂੰ ਜੀ ਅੱਗੇ ਫਰਿਆਦ ਕੀਤੀ ਤਾਂ ਉਹਨਾਂ ਵਰਾਹ ਭਾਵ ਸੂਰ ਅਵਤਾਰ ਧਾਰਨ ਕੀਤਾ ਅਤੇ ਹਿਰਨਯਕਸ਼ ਨੂੰ ਮਾਰ ਕੇ ਧਰਤੀ ਨੂੰ ਮੁਕਤੀ ਦਿਵਾਈ। ਧਰਤੀ ਮਾਤਾ ਵਿਸ਼ਨੂੰ ਜੀ ਦੇ ਇਸ ਵਰਾਹ ਅਵਤਾਰ ਦੀ ਬਹਾਦਰੀ ਅਤੇ ਸੁੰਦਰਤਾ ਤੇ ਮੋਹਿਤ ਹੋ ਗਈ। ਵਰਾਹ ਅਵਤਾਰ ਜੀ ਨੇ ਉਸ ਨਾਲ ਸੰਭੋਗ ਕੀਤਾ ਤਾਂ ਧਰਤੀ ਨੂੰ ਬਾਲਕ ਜਨਮਿਆ। ਕਿਉਂਕਿ ਇਹ ਭੂਮੀ ਦੇ ਪੇਟੋਂ ਜਨਮਿਆ ਸੀ, ਇਸ ਕਾਰਨ ਇਸ ਦਾ ਨਾਮ ਭੂਮਾਸੁਰ ਹੋਇਆ। ਧਰਤੀ ਦਾ ਭਾਰ ਹਲਕਾ ਕਰਨ ਆਏ ਵਿਸ਼ਨੂੰ ਨੇ ਧਰਤੀ ਨੂੰ ਹੀ ਗਰਭਵਤੀ ਕਰ ਦਿੱਤਾ। ਇਹ ਕੁਝ ਲਿਖ ਕੇ ਵਿਪਰ ਜੀ ਆਪਣੇ ਭਗਵਾਨ ਦਾ ਆਚਰਨ ਚਿੱਤਰ ਰਹੇ ਹਨ। ਵਿਸ਼ਨੂੰ ਜੀ ਦੇ ਹੀ ਅਵਤਾਰ ਸ੍ਰੀ ਕ੍ਰਿਸ਼ਨ ਜੀ ਦੀਆਂ 16,108 ਰਾਣੀਆਂ ਅਤੇ ਸਾਰੀਆਂ ਦੇ ਪੇਟੋਂ 10-10 ਲੜਕੇ ਅਤੇ ਇੱਕ ਲੜਕੀ ਪੈਦਾ ਹੋਈ ਦਰਸਾਈ ਹੈ। ਭਾਵ ਕ੍ਰਿਸ਼ਨ 1,77,188 ਬੱਚੇ ਬੱਚੀਆਂ ਦਾ ਬਿੰਦੀ ਪਿਤਾ ਸੀ। ਇੰਨੀਆਂ ਰਾਣੀਆਂ ਦੇ ਹੁੰਦਿਆਂ ਵੀ ਇਸ ਭਗਵਾਨ ਜੀ ਨੂੰ ਪਰਲੇ ਦਰਜੇ ਦਾ ਪਰ ਇਸਤਰੀ ਗਾਮੀ, ਗਿਰੇ ਹੋਏ ਆਚਰਨ ਦਾ ਨਸ਼ਈ, ਵੇਸ਼ਵਾ ਦਾ ਸ਼ੌਕੀਨ ਅਤੇ ਧੋਖੇਬਾਜ਼ ਆਦਿ ਕਈ ਲੇਖਾਂ ਵਿੱਚ ਦਰਸਾਇਆ ਗਿਆ ਹੈ। ਇਹਨਾਂ ਦੀ ਜੀਵਨ ਲੀਲਾ ਦਾ ਪੂਰਾ ਹਾਲ ਅਵਤਾਰ ਪ੍ਰਥਾ ਪ੍ਰਕਰਨ ਦੇ ਕ੍ਰਿਸ਼ਨ ਅਵਤਾਰ ਭਾਗ ਵਿੱਚ ਪੂਰੇ ਹਵਾਲਿਆਂ ਨਾਲ ਲਿਖਿਆ ਗਿਆ ਹੈ। ਈਡੀ ਸ਼ਿਵ ਅਥਵਾ ਭੋਲੇਨਾਥ ਸ਼ੰਕਰ ਜੀ ਦਾ ਨੰਗੇਜ਼। ਨੰਬਰ 1 ਸੁਆਮੀ ਰਾਮ ਤੀਰਥ ਜੀ ਆਪਣੀ ਪੁਸਤਕ ਦੇ 22 ਸਫ਼ੇ ਤੇ ਲਿਖਦੇ ਹਨ ਕਿ ਸ਼ਿਵ ਪੁਰਾਣ ਕੋਟ ਰੁਦਰਾ ਸੰਹਿਤਾ 4 ਅਧਿਆਏ 12 ਵਿੱਚ ਸ਼ਿਵ ਤੇ ਪਾਰਬਤੀ ਬਾਰੇ ਅਜਿਹੀ ਅਸ਼ਲੀਲ ਕਥਾ ਦਰਜ ਹੈ ਜਿਸ ਨੂੰ ਨਾ ਬੋਲ ਕੇ ਦੱਸ ਸਕਦੇ ਹਾਂ, ਨਾ ਕੰਨ ਸੁਣ ਸਕਣ। ਮੈਂ ਕਾਫੀ ਜ਼ਿਕਰਾ ਕਰਕੇ ਉਸ ਕਥਾ ਦਾ ਸੰਖੇਪ ਲਿਖ ਰਿਹਾ ਹਾਂ, ਜੋ ਇਹ ਹੈ। ਦਾਰੂ ਨਾਂ ਦਾ ਜੰਗਲ ਹੈ ਜਿੱਥੇ ਸ਼ਿਵ ਅਲਫ ਨੰਗੇ ਘੁੰਮ ਰਹੇ ਹਨ। ਰਿਸ਼ੀ ਪਤਨੀਆਂ ਦੀ ਪਰਵਾਹ ਨਾ ਕਰਦਿਆਂ ਅਤੇ ਕਾਮ ਤ੍ਰਿਪਤੀ ਦੇ ਚਾਹਵਾਨ ਇੱਧਰ ਰਿਸ਼ੀ ਪਤਨੀਆਂ ਵੀ ਸ਼ਿਵ ਜੀ ਨੂੰ
ਇਸ ਹਾਲਤ ਵਿੱਚ ਵੇਖ ਕੇ ਉਤੇਜਿਤ ਹੋਈਆਂ ਫਿਰਨ। ਰਿਸ਼ੀ ਪਰਤ ਕੇ ਆਏ ਤਾਂ ਦ੍ਰਿਸ਼ ਦੇਖ ਕੇ ਰੋਹਵਾਨ ਹੋਏ ਤੇ ਸ਼ਿਵ ਜੀ ਨੂੰ ਬੇਹਯਾਈ ਦੇ ਬਦਲੇ ਨਰ ਅੰਗ ਟੁੱਟਣ ਦਾ ਸਰਾਪ ਦੇ ਦਿੱਤਾ। ਨਰ ਅੰਗ ਧਰਤੀ ਤੇ ਡਿੱਗ ਪਿਆ ਤੇ ਉਸ ਵਿੱਚੋਂ ਅੱਗ ਭੜਕ ਉੱਠੀ ਤੇ ਤਰਲੋਕੀ ਲੱਗੀ ਸੜਨ। ਸਾਰੇ ਹਾਹਾਕਾਰ ਮਚ ਗਈ। ਦੇਵਤੇ ਅਤੇ ਰਿਸ਼ੀ ਜਨ ਭੈ ਭੀਤ ਹੋਏ ਬ੍ਰਹਮਾ ਕੋਲ ਗਏ ਤੇ ਉਹਨਾਂ ਦੀ ਸਲਾਹ ਨਾਲ ਸ਼ਿਵ ਜੀ ਨੂੰ ਮਿਲੇ, ਜੋ ਕ੍ਰੋਧ ਵਿੱਚ ਸਨ। ਆਖਰ ਸਾਰੇ ਮਿਲ ਕੇ ਪਾਰਵਤੀ ਦੀਆਂ ਮਿੰਨਤਾਂ ਕਰਨ ਲੱਗੇ, ਜਿਨ੍ਹਾਂ ਦੀ ਅਰਜ਼ੋਈ ਮੰਨ ਕੇ ਲਟ ਲਟਾਉਂਦੇ ਨਰ ਅੰਗ ਨੂੰ ਪਾਰਵਤੀ ਨੇ ਜੋਨੀ ਰੂਪ ਹੋ ਕੇ ਸਦਾ ਲਈ ਧਾਰਨ ਕਰ ਲਿਆ। ਇਸੇ ਤੋਂ ਹੀ ਪੱਥਰ ਦੇ ਲਿੰਗ ਜੋਨੀ ਦੀ ਪੂਜਾ ਸ਼ੁਰੂ ਹੋਈ ਦੱਸੀ ਜਾਂਦੀ ਹੈ ਤੇ ਮੰਦਰਾਂ ਵਿੱਚ ਜਾ ਕੇ ਇਹਨਾਂ ਉੱਤੇ ਜਲ ਚੜ੍ਹਨ ਦਾ ਮਹਾਤਮ ਵੀ ਲਿਖਿਆ ਹੈ, ਜੋ ਇਉਂ ਹੈ। ਪੱਥਰ ਦੇ ਲਿੰਗ ਜੋਨੀ ਤੇ ਪਾਣੀ ਪਾਉਣ ਨਾਲ ਸ਼ਿਵ ਤੇ ਪਾਰਵਤੀ ਦੇ ਗੁਪਤ ਅੰਗਾਂ 'ਚ ਹਰ ਸਮੇਂ ਵਿਲਾਸ 'ਚ ਰਹਿਣ ਕਰਕੇ ਵਧੀ ਹੋਈ ਅਗਨੀ ਸ਼ਾਂਤ ਰਹਿੰਦੀ ਹੈ। ਇਸ ਨਾਲ ਖੁਸ਼ ਹੋ ਕੇ ਸ਼ਿਵ ਪਾਰਵਤੀ ਆਪਣੇ ਅਜਿਹੇ ਭਗਤ ਨੂੰ ਤਰੁੱਠ ਕੇ ਮਨਪਸੰਦ ਵਰ ਦਿੰਦੇ ਹਨ ਆਦਿ। ਇਸ ਪਿਛੋਕੜ ਨੂੰ ਜਾਣਨ ਵਾਲੀ ਬੀਬੀ ਅਥਵਾ ਭਾਈ ਜਦ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਤਾਂ ਉਸ ਦੇ ਅੰਦਰ ਕਿਸ ਪ੍ਰਕਾਰ ਦਾ ਭਗਤੀ ਭਾਵ ਉਜਾਗਰ ਹੋ ਰਿਹਾ ਹੁੰਦਾ ਹੋਵੇਗਾ। ਦੇਵੀ ਭਾਗਵਤ ਸਕੰਦ 7 ਅਧਿਆਏ 30 ਵਿੱਚ ਅਤੇ ਕਾਲੰਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਆਪਣੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਦੀ ਨਰਾਦਰੀ ਦੇਖੀ ਤਾਂ ਜੱਗ ਕੁੰਡ ਵਿੱਚ ਡਿੱਗ ਕੇ ਪ੍ਰਾਣ ਤਿਆਗ ਦਿੱਤੇ। ਤਦ ਸ਼ਿਵ ਨੇ ਆ ਕੇ ਦਕਸ਼ ਦਾ ਜੱਗ ਨਾਸ਼ ਕਰ ਦਿੱਤਾ ਔਰ ਮੋਹ ਦੇ ਵਸ ਹੋ ਕੇ ਸਤੀ ਦੀ ਲੋਥ ਨੂੰ ਅਗਨ ਕੁੰਡ ਵਿੱਚੋਂ ਕੱਢ ਕੇ ਕੰਨੇ ਤੇ ਰੱਖ ਲਿਆ ਅਤੇ ਰਾਤ ਦਿਨ ਬਿਨਾਂ ਵਿਸ਼ਰਾਮ ਦੇ ਫਿਰਨ ਲੱਗਾ। ਵਿਸ਼ਨੂੰ ਨੇ ਸਤੀ ਦੀ ਲੋਥ ਦਾ ਮੰਦਾ ਹਾਲ ਦੇਖ ਕੇ ਸੁਦਰਸ਼ਨ ਚੱਕਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ। ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ ਉਹ ਪਵਿੱਤਰ ਤੀਰਥ ਮੰਨੇ ਗਏ, ਜੈਸੇ ਜੀਭ ਵਾਲਾ ਅਸਥਾਨ ਜਵਾਲਾਮੁਖੀ, ਨੇਤਰਾਂ ਵਾਲਾ ਨੈਣਾ ਦੇਵੀ। ਤੰਤਰ ਚੂੜਾਮਣ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ 51 ਥਾਂ ਡਿੱਗੇ ਹਨ ਅਤੇ ਉਹ ਸਭ ਥਾਂ ਦੇਵੀ ਪੀਠ ਕਹੇ ਜਾਂਦੇ ਹਨ। ਹਰ ਥਾਂ ਇਸਤਰੀ ਦੇ ਪਰਦੇ ਵਾਲੇ ਅੰਗ ਦੀ ਨਿਖਰਵੀਂ ਮੂਰਤ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸਤਰੀ ਦੇ ਗੁਪਤ ਅੰਗਾਂ ਦੀ ਅੱਡੋ ਅੱਡੀ ਮੂਰਤ ਬਣਾ ਕੇ ਮੰਦਰਾਂ ਵਿੱਚ ਰੱਖਣ ਵਿੱਚ ਮੁੱਢਲੇ ਬ੍ਰਾਹਮਣ ਦਾ ਮੰਤਵ ਕੀ ਸੀ, ਸਿਵਾਏ ਇਸ ਦੇ ਕਿ ਸ਼ਿਵ ਦੇ ਲਿੰਗ ਅਤੇ ਪਾਰਵਤੀ ਦੇ ਗੁਪਤ ਅੰਗ ਦਾ ਸੁਮੇਲ ਵੇਖ ਕੇ ਮਰਦਾਂ ਅਤੇ ਇਸਤਰੀਆਂ ਵਿੱਚ ਕਾਮ ਚੇਸ਼ਟਾ ਹੋਰ ਤੋਂ ਹੋਰ ਤੇਜ਼ ਹੋ ਕੇ ਬੇਸ਼ਰਮੀ ਵਧੇ। ਇਸ ਤੋਂ ਛੁੱਟ ਹੋਰ ਕਿਹੜਾ ਬ੍ਰਹਮ ਗਿਆਨ ਮਿਲਦਾ ਹੈ। ਇਸਤਰੀ ਦੇ ਨੰਗੇ ਗੁਪਤ ਅੰਗਾਂ ਦੇ ਚਿੱਤਰ ਵੇਖ ਕੇ ਕੋਈ ਮਹਾਂਪੁਰਖ ਆਪਣੀ ਮਰੀ ਇਸਤਰੀ ਦੀ ਲਾਸ਼ ਮੋਢੇ ਤੇ ਚੁੱਕੀ ਕਦੇ ਫਿਰ ਸਕਦਾ ਹੈ? ਫਿਰ ਸ਼ਿਵ ਜੀ ਤਾਂ ਵਿਪਰ ਦੇ ਭਗਵਾਨ ਹਨ। ਅਜਿਹਾ ਮੰਦਾ ਕੰਮ ਤੇ ਕਦੇ ਕਿਸੇ ਪਾਗਲ ਨੇ ਵੀ ਨਹੀਂ ਕੀਤਾ ਜਿਹੜਾ ਬ੍ਰਾਹਮਣ ਨੇ ਆਪਣੇ ਭਗਵਾਨ ਦੇ ਮੱਥੇ ਮੜਿਆ ਹੈ। ਇਹ ਸਾਰੇ ਅਨਰਥ ਸਿਰਫ ਆਪਣੀ ਕਾਮ ਲੀਲਾ ਵਾਸਤੇ ਰੰਗ ਮੰਚ ਦੀ ਤਿਆਰੀ ਵਿੱਚ ਹੋ ਰਹੇ ਸਨ। ਨੰਬਰ 3 ਸ਼ਿਵ ਪੁਰਾਣ ਦੇ ਪੂਰਬਾਰਧ ਚੌਥਾ ਖੰਡ ਅਤੇ ਦੂਸਰੇ ਪੰਜਾਬੀ ਅਨੁਵਾਦ ਸਫਾ 192-193 ਤੇ ਕਥਾ ਬ੍ਰਹਮਾ ਜੀ ਦੀ ਜ਼ਬਾਨੀ ਲਿਖੀ ਹੈ ਕਿ ਪਾਰਵਤੀ ਨੂੰ ਵਿਆਹ ਕੇ ਜਦ ਸ਼ਿਵ ਜੀ ਆਪਣੇ ਮਹਿਲਾਂ ਵਿੱਚ ਲੈ ਆਏ ਤਾਂ ਕਾਫੀ ਸਮਾਂ ਆਪਣੇ ਮਹਿਲਾਂ ਵਿੱਚੋਂ ਬਾਹਰ ਨਾ ਆਏ। ਬ੍ਰਹਮਾ ਜੀ ਹੋਰ ਦੇਵਤਿਆਂ ਨੂੰ ਲੈ ਕੇ ਕੈਲਾਸ਼ ਪਰਬਤ ਤੇ ਪੁੱਜੇ ਤਾਂ ਗਣਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਸ਼ਿਵ ਜੀ ਮਹੱਲਾਂ ਵਿੱਚੋਂ ਬਾਹਰ ਨਹੀਂ ਆਏ। ਸ਼ਿਵ ਜੀ ਕਿਸੇ ਦੀ ਕੋਈ ਗੱਲ ਸੁਣਨਾ ਨਹੀਂ ਸੀ ਚਾਹੁੰਦੇ, ਪਰ ਜਦ ਬ੍ਰਹਮਾ ਜੀ ਨੇ ਆਵਾਜ਼ਾਂ ਮਾਰੀਆਂ ਤਾਂ ਬਾਹਰ ਆ ਗਏ। ਆ ਕੇ ਕਿਹਾ ਕਿ ਉਹ ਦੇਵਤਿਆਂ ਦੀ ਬੇਨਤੀ ਫਿਰ ਸੁਣਨਗੇ। ਪਹਿਲਾਂ ਕੋਈ ਅੱਗੇ ਆ ਕੇ ਉਹਨਾਂ ਦੇ ਵੀਰਜ ਨੂੰ ਸਾਂਭੇ ਜੋ ਪਾਤ ਹੋਣ ਵਾਲਾ ਸੀ। ਅਗਨ ਦੇਵਤਾ ਨੇ ਸ਼ਿਵ ਜੀ ਦਾ ਵੀਰਜ ਧਾਰਨ ਕਰ ਲਿਆ। ਮਾਘ ਦੇ ਮਹੀਨੇ ਜਿੰਨੀਆਂ ਇਸਤਰੀਆਂ ਨੇ ਅੱਗ ਸੇਕੀ ਸਾਰੀਆਂ ਹੀ ਗਰਭਵਤੀ ਹੋ ਗਈਆਂ ਅਤੇ ਸਾਰੀਆਂ ਨੇ ਸ਼ਿਵਾਂ ਦੀ ਔਲਾਦ ਨੂੰ ਜਨਮ ਦਿੱਤਾ। ਹੋਰ ਕਈ ਕੁਝ ਵਿੱਚੋਂ ਸਿਰਫ ਇਹ 3 ਕਹਾਣੀਆਂ ਵੰਨਗੀ ਮਾਤਰ ਹਨ ਜੋ ਸਭ ਤੋਂ ਵੱਡੇ ਦੇਵਤਿਆਂ ਦੇ ਨਾਮ ਨਾਲ ਮੜੀਆਂ ਹੋਈਆਂ ਹਨ। ਇਹਨਾਂ ਅਸ਼ਲੀਲ ਕਹਾਣੀਆਂ ਨਾਲ ਦੇਵਤਿਆਂ ਦੀ ਦੁਰਵਰਤੋਂ ਕਰਨ ਦੇ ਸਿਵਾ ਹੋਰ ਕਿਹੜਾ ਅਜਿਹਾ ਗਿਆਨ ਦਿੱਤਾ ਜਾ ਰਿਹਾ ਸੀ ਜਿਸ ਤੋਂ ਮਨੁੱਖ ਦੀ ਜੀਵਨ ਜੁਗਤ ਉੱਚੀ ਹੋ ਸਕਦੀ ਸੀ। ਦੇਵਰਾਜ ਇੰਦਰ, ਜਿਸ ਨੂੰ ਹੋਰ ਦੇਵਤਿਆਂ ਦਾ ਰਾਜਾ ਦੱਸਦੇ ਹਨ,
ਅਤੇ ਸੁਰਗਾਂ ਦਾ ਮਾਲਕ ਵੀ ਇਸੇ ਨੂੰ ਕਹਿੰਦੇ ਹਨ। ਰਮਾਇਣ ਦੀ ਕਥਾ ਅਨੁਸਾਰ ਇਹ ਇੰਦਰ ਗੌਤਮ ਦੀ ਸੁੰਦਰ ਇਸਤਰੀ ਅਹਲਿਆ ਤੇ ਮੋਹਿਤ ਹੋ ਗਿਆ। ਇਸ ਦੇ ਕਹਿਣ ਤੇ ਚੰਦਰਮਾ ਨੇ ਕੁੱਕੜ ਬਣ ਕੇ ਵੇਲੇ ਤੋਂ ਪਹਿਲਾਂ ਹੀ ਬਾਂਗ ਦੇ ਦਿੱਤੀ ਤਾਂ ਗੌਤਮ ਅਗੇਤਾ ਹੀ ਨਦੀ ਤੇ ਨਹਾਉਣ ਚਲਾ ਗਿਆ। ਇੰਦਰ ਨੇ ਅਹਲਿਆ ਨਾਲ ਕੁਕਰਮ ਕੀਤਾ। ਜਦ ਗੌਤਮ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ ਅਹਲਿਆ ਨੂੰ ਪੱਥਰ ਬਣਾ ਦਿੱਤਾ ਅਤੇ ਇੰਦਰ ਨੂੰ ਸ਼ਰਾਪ ਦੇ ਕੇ ਉਸ ਦੇ ਸਰੀਰ ਦੇ ਹਜ਼ਾਰਾਂ ਭਾਗਾਂ ਬਣਾ ਦਿੱਤੀਆਂ। ਕਾਮ ਦੇਵਤਾ। ਕਾਮ ਵਾਸ਼ਨਾ ਪ੍ਰਕਿਰਤਕ ਲੋੜ ਹੈ। ਕੁਦਰਤ ਦੀ ਇਹ ਦੇਣ ਨਾ ਹੁੰਦੀ ਤਾਂ ਧਰਤੀ ਉਜਾੜ ਹੁੰਦੀ। ਹਰ ਪ੍ਰਕਾਰ ਦੇ ਜੀਵਾਂ ਦਾ ਵਾਧਾ ਕਾਮ ਦੀ ਰੁਚੀ ਹੀ ਕਰਦੀ ਹੈ। ਸਰੀਰ ਦੀ ਇਸ ਲੋੜ ਨੂੰ ਸੰਜਮ ਵਿੱਚ ਰੱਖਣ ਦਾ ਨਾਮ ਸ਼ਾਦੀ ਵਿਆਹ ਹੈ। ਪਤੀ ਬ੍ਰਤਾ ਅਤੇ ਇਸਤਰੀ ਬ੍ਰਤਾ ਜਿਹੇ ਸ਼ੁਭ ਗੁਣਾਂ ਨਾਲ ਸਮਾਜਿਕ ਚਿਹਰੇ ਨੂੰ ਨਿਖਾਰਨਾ ਸੁੱਚੇ ਆਚਰਨ ਦਾ ਵਡਮੁੱਲਾ ਪੱਖ ਹੈ। ਪਰ ਬ੍ਰਾਹਮਣ ਨੇ ਤਾਂ ਸਮਾਜ ਦੇ ਆਚਰਨ ਦਾ ਭੋਗ ਪਾ ਕੇ ਅਣਖ ਦੀ ਮਿੱਟੀ ਪੁੱਟਣੀ ਸੀ। ਪਰ ਕਿਰਤਕ ਰੁਚੀ ਨੂੰ ਕਾਮ ਦੇਵਤਾ ਥਾਪ ਕੇ ਆਪਣੀ ਯੋਜਨਾ ਅਨੁਸਾਰ ਇਸ ਨੂੰ ਸ਼ਕਲ ਦਿੱਤੀ ਅਤੇ ਮੰਦਰ ਵਿੱਚ ਲਿਆ ਟਿਕਾਇਆ। ਕਾਮ ਕ੍ਰੀੜਾ ਦਾ ਨਾਮ ਕਾਮ ਦੇਵਤਾ ਦੀ ਸੇਵਾ ਰੱਖ ਦਿੱਤਾ ਅਤੇ ਕਾਮ ਕ੍ਰੀੜਾ ਦੇ ਸ਼ੌਕੀਨ ਜੋੜੇ ਕਾਮ ਦੇਵਤਾ ਦਾ ਭਗਤ ਭੁਗਤਨੀ ਲਿਖ ਦਿੱਤਾ। ਉੜੀਸਾ ਵਿੱਚ ਬਣਾਏ ਗਏ ਜਗਨਨਾਥ, ਭੁਵਨੇਸ਼ਵਰ ਅਤੇ ਕੋਨਾਰਕ ਦੇ ਪ੍ਰਸਿੱਧ ਮੰਦਰ ਹਨ। ਇਹਨਾਂ ਮੰਦਰਾਂ ਦੇ ਉੱਪਰਲੇ ਤੇ ਹੇਠਲੇ ਹਿੱਸਿਆਂ ਵਿੱਚ ਭਰ ਜਵਾਨ ਨਗਨ ਮਰਦ ਇਸਤਰੀਆਂ ਦੀਆਂ ਪੱਥਰ ਦੀਆਂ ਮੂਰਤੀਆਂ ਹਨ, ਜਿਹੜੀਆਂ ਅਨੇਕ ਆਸਨਾਂ ਵਿੱਚ ਕਾਮ ਕ੍ਰੀੜਾ ਕਰਦੀਆਂ ਦਿਖਾਈਆਂ ਗਈਆਂ ਹਨ। ਇਹਨਾਂ ਮੰਦਰਾਂ ਵਿੱਚ ਜਿਸ ਕਿਸਮ ਦੀ ਪੂਜਾ ਆਰੰਭ ਹੋਈ ਉਸ ਦਾ ਵਰਣਨ ਕਰਨ ਦੀ ਲੋੜ ਨਹੀਂ। ਸੁਆਮੀ ਰਾਮ ਤੀਰਥ ਜੀ। ਦੇਵਤਿਆਂ ਦੇ ਨਾਮ ਦੀ ਦੁਰਵਰਤੋਂ ਕਰਨ ਦੇ ਨਾਲ ਵੱਡੇ ਵੱਡੇ ਰਿਸ਼ੀਆਂ ਨੂੰ ਵੀ ਆਪਣੀ ਇਸ ਯੋਜਨਾ ਦਾ ਭਾਈਵਾਲ ਬਣਾਇਆ। ਪਰਾਸ਼ਰ ਰਿਸ਼ੀ ਬਾਰੇ ਇਹ ਵੀ ਲਿਖਿਆ ਹੈ ਕਿ ਉਹ ਬੜਾ ਵਿਦਵਾਨ ਸੀ। ਉਸ ਨੇ ਰਿਗਵੇਦ ਦੇ ਕਈ ਮੰਤਰ ਲਿਖੇ ਸਨ ਅਤੇ ਉਸ ਨੇ ਧਰਮ ਸ਼ਾਸਤਰ ਵੀ ਲਿਖਿਆ ਦੱਸਦੇ ਹਨ। ਫਿਰ ਇਹ ਗਾਥਾ ਘੜ ਕੇ ਉਸ ਨੂੰ ਬਦਨਾਮ ਕਰ ਦਿੱਤਾ ਕਿ ਇਹ ਮਹਾਨ ਰਿਸ਼ੀ ਮੌਕਾ ਤਾੜ ਕੇ ਬੇੜੀ ਵਿੱਚ ਜਾ ਬੈਠਾ ਅਤੇ ਮਲਾਹ ਦੀ ਕੁਆਰੀ ਲੜਕੀ ਸਤਿਆਵਤੀ ਦਾ ਸਤ ਭੰਗ ਕੀਤਾ, ਜਿਸ ਤੋਂ ਵਿਆਸ ਰਿਸ਼ੀ ਦਾ ਜਨਮ ਹੋਇਆ। ਮਹਾਂ ਰਿਸ਼ੀ ਵਿਸ਼ਵਾਮਿੱਤਰ ਅਤੇ ਹੋਰ ਕਈ ਰਿਸ਼ੀ ਮੁਨੀ ਰਾਜੇ ਮਹਾਰਾਜੇ ਕਾਮ ਦੇਵਤੇ ਦੇ ਬਾਣਾਂ ਨਾਲ ਘਾਇਲ ਹੋ ਕੇ ਲੁੱਛਦੇ ਅਤੇ ਕੁਕਰਮ ਕਰਦੇ ਧਰਮ ਗ੍ਰੰਥਾਂ ਵਿੱਚ ਹੀ ਲਿਖਣ ਦਾ ਕੀ ਅਰਥ ਸੀ? ਸਿਰਫ ਇਹੀ ਕਿ ਬਿੱਪਰ ਜੀ ਨੇ ਆਪਣੀ ਖੁੱਲੀ ਕਾਮਲੀਲਾ ਆਰੰਭ ਕਰਕੇ ਉਸ ਨੂੰ ਧਰਮ ਦਾ ਸਦੀਵੀ ਅੰਗ ਬਣਾਉਣ ਦਾ ਰਸਤਾ ਸਾਫ਼ ਕਰਨਾ ਸੀ। ਇਸ ਸਾਰੇ ਕੁਝ ਨਾਲ ਬ੍ਰਾਹਮਣ ਨੇ ਆਪਣੀ ਲੰਪਟੀ ਤ੍ਰਿਸ਼ਨਾ ਦੀ ਪੂਰਤੀ ਲਈ ਅਨੁਕੂਲ ਵਾਤਾਵਰਨ ਤਿਆਰ ਕਰ ਲਿਆ। ਗਰੁੜ ਪੁਰਾਣ ਦੇ ਗਿਆਨ ਨੇ ਤਾਂ ਪਹਿਲਾਂ ਹੀ ਮਨੁੱਖ ਦਾ ਸਾਹ ਸੱਤ ਪੀ ਲਿਆ ਹੋਇਆ ਸੀ। 84 ਦੇ ਗੇੜ ਵਿੱਚੋਂ ਕੱਢ ਕੇ ਮੁਕਤੀ ਦੇ ਸਕਣ ਵਾਲਾ ਅਥਵਾ ਨਰਕਾਂ ਤੋਂ ਬਚਾ ਕੇ ਸੁਰਗਾਂ ਵਿੱਚ ਪਹੁੰਚਾ ਸਕਣ ਵਾਲਾ ਮਨੁੱਖ ਲਈ ਇੱਕੋ ਇੱਕ ਪ੍ਰਤੱਖ ਦੇਵਤਾ ਅਥਵਾ ਜਿਉਂਦਾ ਜਾਗਦਾ ਭਗਵਾਨ ਕੇਵਲ ਬ੍ਰਾਹਮਣ ਹੀ ਸੀ। ਸ਼ਾਤਰ ਬ੍ਰਾਹਮਣ ਨੇ ਮੌਕਾ ਤਾੜ ਕੇ ਅਜਿਹੀ ਫੇਰਵੀਂ ਸੱਟ ਮਾਰੀ ਕਿ ਦੇਸ਼ ਵਾਸੀ ਦੀ ਅਣਖ ਦਾ ਭੋਗ ਪਾ ਦਿੱਤਾ। ਸੋਨਾ, ਚਾਂਦੀ, ਭੂਮੀ, ਗਊ, ਘੋੜੇ, ਹਾਥੀ ਭੋਜਨ ਵਿੱਚ ਮਾਸ, ਸ਼ਰਾਬ ਆਦਿ ਦਾਨ ਦੇ ਨਾਲ ਹੁਣ ਇਸਤਰੀ ਦਾ ਦਾਨ ਅਥਵਾ ਸੇਜਾ ਦਾਨ ਨੂੰ ਸਰਬ ਪਾਪ ਨਾਸ਼ਕ ਦੱਸ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਵਾਹੀ ਭਰਦੀ ਹੈ ਕਿ ਸੇਜ ਅਥਵਾ ਸੱਜ ਵਿਆਹੀ ਇਸਤਰੀ ਦਾ ਦਾਨ ਆਰੰਭ ਹੋ ਗਿਆ ਹੋਇਆ ਸੀ। ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੇ। ਪੰਨਾ 973। ਇਸਤਰੀ ਨੂੰ ਦਾਨ ਵਿੱਚ ਬ੍ਰਾਹਮਣ ਦੀ ਹਵਸ ਦੀ ਭੇਟਾ ਕਰ ਦੇਣ ਦੇ ਫਲਸਰੂਪ ਨਰਕਾਂ ਦੇ ਦੁੱਖ ਤੋਂ ਬਚ ਸਕਣ ਦੇ ਲਾਰੇ ਨੂੰ ਧਰਮ ਦਾ ਰੂਪ ਬਣਾ ਦੇਣ ਲਈ ਬਿੱਪਰ ਨੇ ਕਹਾਣੀਆਂ ਘੜ ਕੇ ਧਰਮ ਗ੍ਰੰਥਾਂ ਵਿੱਚ ਲਿਖ ਦਿੱਤੀਆਂ। ਉਦਾਹਰਨ ਵਜੋਂ ਸ਼ਿਵ ਪੁਰਾਣ ਦੇ 7ਵੇਂ ਖੰਡ ਦੇ ਅਧਿਆਏ 45 ਪੰਜਾਬੀ ਅਨੁਵਾਦ ਸਫਾ 496-97 ਤੇ ਲਿਖੀ ਰਾਜੇ ਭੱਦਰ ਯਸ਼ ਦੀ ਗਾਥਾ ਇਸ ਪ੍ਰਕਾਰ ਲਿਖਿਆ ਹੈ। ਬ੍ਰਾਹਮਣ ਨੇ ਕਿਹਾ, ਮੈਨੂੰ ਆਪਣੀ ਇਸਤਰੀ ਦਾਨ ਕਰ ਦੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਭੱਦਰ ਯਸ਼ ਰਾਜੇ ਨੇ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਪਰ ਇਸਤਰੀ ਦੀ ਸੰਗਤ ਤਿੰਨਾਂ ਤਾਪਾਂ ਦੇ ਦੇਣ ਵਾਲੀ ਹੈ? ਪਰ ਇਸਤਰੀ ਨਾਲ ਸੰਜੋਗ ਕਰਨ ਨਾਲ ਜੋ ਪਾਪ ਹੁੰਦਾ ਹੈ ਉਹ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੁੰਦਾ।
ਬ੍ਰਾਹਮਣ ਨੇ ਕਿਹਾ, ਅਸੀਂ ਤਾਂ ਬ੍ਰਹਮ ਹੱਤਿਆ ਦਾ ਜੋ ਪਾਪ ਹੁੰਦਾ ਹੈ ਉਸ ਨੂੰ ਵੀ ਦੂਰ ਕਰ ਸਕਦੇ ਹਾਂ। ਇਹ ਪਰ ਇਸਤਰੀ ਭੋਗਣ ਦਾ ਪਾਪ ਸਾਡੇ ਲਈ ਕੀ ਹੈ? ਇਸ ਲਈ ਜੇ ਤੂੰ ਨਰਕਾਂ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੀ ਇਸਤਰੀ ਸਾਨੂੰ ਦਾਨ ਵਿੱਚ ਦੇ ਦੇ। ਇਹ ਬਚਨ ਸੁਣ ਕੇ ਰਾਜੇ ਨੇ ਇਸਤਰੀ ਦਾਨ ਕਰ ਦਿੱਤੀ। ਭੋਗ ਲਾਉਣ ਦੀ ਹੀ ਮਰਜ਼ਾਦਾ ਸੀ, ਜਿਸ ਨੇ ਬ੍ਰਾਹਮਣ ਦੀ ਤ੍ਰਿਸ਼ਨਾ ਨੂੰ ਏਡਾ ਭੜਕਾਇਆ ਕਿ ਉਸ ਨੇ ਧਰਮ ਨੂੰ ਆਚਰਣਹੀਨਤਾ ਦਾ ਸਾਧਨ ਬਣਾ ਦਿੱਤਾ। ਦੇਵਤੇ ਨੂੰ ਭੋਗ ਲਵਾਉਣ ਦੀ ਗੱਲ ਤੋਰ ਦੇਣ ਦਾ ਅਰਥ ਇਸ ਤੋਂ ਦੂਜਾ ਹੋਰ ਕੋਈ ਬਣਦਾ ਹੀ ਨਹੀਂ ਕਿ ਬ੍ਰਾਹਮਣ ਦੀ ਤਸੱਲੀ ਹੋ ਚੁੱਕੀ ਸੀ ਕਿ ਹਰ ਪ੍ਰਕਾਰ ਦੇ ਭੋਗ ਦੇਵਤੇ ਦੀ ਥਾਂ ਉਸ ਨੇ ਆਪ ਹੀ ਭੋਗਣੇ ਸਨ। ਇਹ ਅਟਲ ਸਚਾਈ ਹੈ ਕਿ ਭੋਗੀ ਮਨੁੱਖ ਦੇ ਅੰਦਰ ਨਵੇਂ ਤੋਂ ਨਵੇਂ ਭੋਗ ਭੋਗਣ ਦੀ ਭੜਕੀ ਤ੍ਰਿਸ਼ਨਾ ਅੱਗ ਕੇਵਲ ਉਸ ਦੀ ਮੌਤ ਨਾਲ ਹੀ ਬੁਝਦੀ ਹੈ। ਅਜਿਹੇ ਕਾਮੀ ਮਨੁੱਖ ਨਾਲ ਜੁੜੀ ਇੱਕ ਕਹਾਵਤ ਸੁਣਨ ਵਿੱਚ ਆਇਆ ਕਰਦੀ ਸੀ, 80-90 ਸਾਲ ਦੇ ਕਮਜ਼ੋਰ ਬਿਰਧ ਦੇ ਸਰੀਰ ਵਿੱਚ ਗਰਮੀ ਬਣਾਈ ਰੱਖਣ ਲਈ ਕਿਸੇ ਹਮਦਰਦ ਨੇ ਕਿਹਾ ਕਿ ਇੱਕ ਛੁਹਾਰਾ ਦੁੱਧ ਵਿੱਚ ਉਬਾਲ ਕੇ ਉਸ ਬਿਰਧ ਦੇ ਮੂੰਹ ਵਿੱਚ ਪਾਇਆ ਜਾਵੇ। ਮਰਨੂ ਪਏ ਉਸ ਲੰਪਟ ਬਿਰਧ ਦੇ ਮੂੰਹ ਨੇੜੇ ਜਦ ਛੁਹਾਰਾ ਲਿਆਂਦਾ ਗਿਆ ਤਾਂ ਉਸ ਨੇ ਪੁੱਛ ਲਿਆ, ਇਹ ਕੀ ਹੈ? ਬਾਬਾ ਜੀ, ਛੁਹਾਰਾ ਹੈ। ਜਿਵੇਂ ਬੁੱਝ ਰਹੇ ਦੀਵੇ ਵਿੱਚ ਜੋਤ ਆ ਗਈ ਹੋਵੇ, ਬਾਬਾ ਉਤੇਜਿਤ ਹੋ ਕੇ ਬੋਲਿਆ, ਕਿਹੜੇ ਪਿੰਡੋਂ ਆਇਆ ਹੈ? ਮੌਤ ਤੋਂ ਪਹਿਲਾਂ ਕਾਮ ਤ੍ਰਿਸ਼ਨਾ ਕਿਵੇਂ ਬੁਝੇ? ਹੇ ਕਾਮੰ ਨਰਕ ਬਿਸਰਾਮੰ ਬਹੁ ਜੂਨੀ ਪਰਮਾਵਣਾ ਚਿਤ ਹਰਣੰ ਤ੍ਰੈਲੋਕ ਗਮਯੰ ਜਪ ਤਪ ਸੀਲ ਬਦਾਰਣੈ ਅਲਪ ਸੁਖ ਅਵਤ ਚੰਚਲ ਊਚ ਨੀਚ ਸਮਾਵਣੈ ਤਬ ਭੈ ਬਿਮੁਚਤ ਸਾਧ ਸੰਗਤ ਓਟ ਨਾਨਕ ਨਾਰਾਇਣ। ਪੰਨਾ 1358। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 17ਵਾਂ, ਤੀਜੇ ਕਾਂਡ ਦਾ 18ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।